वेलकम टू KBC कौन बनेगा कौंसलर प्रोग्राम। साडे विच ने श्री रिस्पैक्टेड तीक्ष्ण सूद जी जिहड़े कि बहुत सीनियर लीडर ने भारतीय जनता पार्टी दे, एक्स कैबिनेट मिनिस्टर और एक्स पोलिटिकल एडवाइज़र टू द चीफ मिनिस्टर। श्री तीक्ष्ण सूद जी तुहाडा बहुत बहुत स्वागत। धन्यवाद जी। सारे दर्शकों नूं मेरे वालों सत श्री अकाल, जय श्री राम। सूद साहब, चुनावी पारा चढ़ चुका है, कुछ सवाल कॉरपोरेशन दे चुनावां दे रिलेटेड। सूद साहब, साडा शहर विकास दे मामले च अगर कंपैरिजन करिए बाकी कॉरपोरेशनस दे नाल काफ़ी पिछे है। मैं ये गल भी समझदा हां कि साडे शहर दी आमदन भी थोड़ी जी कॉरपोरेशन दी घट है कंपेयरिंग विद जलंधर, लुधियाना, अमृतसर। सूद साहब, आने वाले 50 ਦੇ 50 कौंसलर्स ਜਿਹੜੇ ਜਿੱਤ ਕੇ ਆਣਗੇ ਉਹਨਾਂ ਨੂੰ ਸ਼ਹਿਰ ਦੇ ਵਿਕਾਸ ਲਈ ਕੀ ਮੈਸੇਜ ਦੇਣਾ ਚਾਹੋਗੇ ਕਿਸੇ ਵੀ ਪਾਰਟੀ ਤੋਂ ਹੋਣ? देखो ये ਹੁਸ਼ਿਆਰਪੁਰ ਜਿਹੜਾ ਇਹ ਪਿਛੜਿਆ ਜ਼ਿਲ੍ਹਾ ਇੱਕ ਕਾਊਂਟ ਕੀਤਾ ਜਾਂਦਾ ਸੀਗਾ ਤੇ ਸਾਡੀ ਬਹੁਤ ਤਮੰਨਾ ਸੀ, ਮੇਰੀ ਪਰਸਨਲ ਵੀ ਤੇ ਸਾਡੇ ਸ਼ਹਿਰ ਵਾਸੀਆਂ ਦੀ ਵੀ, ਕਿ ਜਿਸ ਸ਼ਹਿਰ 'ਚ ਅਸੀਂ ਰਹਿੰਦੇ ਆ ਉਹਦੀ ਅਪਗ੍ਰੇਡੇਸ਼ਨ ਹੋਵੇ, ਉਹਦਾ ਦਰਜਾ ਉੱਚਾ ਹੋਵੇ, ਉਹਦਾ ਰੁਤਬਾ ਉੱਚਾ ਹੋਵੇ। ਸੋ ਅਸੀਂ ਮਿਹਨਤ ਕੀਤੀ ਆ, ਇਹਨੂੰ ਮਿਊਨਿਸਪੈਲਿਟੀ ਤੋਂ ਇੱਕ ਕਾਰਪੋਰੇਸ਼ਨ ਦਾ ਦਰਜਾ ਦਿਵਾਇਆ ਆ ਔਰ ਕਾਰਪੋਰੇਸ਼ਨ ਦਾ ਦਰਜਾ ਨਹੀਂ ਇਕੱਲਾ ਦਿਵਾਇਆ, ਇੱਕ ਬਹੁਤ 135 ਸਾਲ ਪੁਰਾਣੀ ਬਿਲਡਿੰਗ ਸੀ ਜਿੱਥੇ ਕੋਈ ਮਤਲਬ ਕੰਮਕਾਰ ਕਰਨੇ ਦਾ ਕੋਈ ਮਜ਼ਾ ਹੀ ਨਹੀਂ ਆਉਂਦਾ ਸੀ, ਨਾ ਮੀਟਿੰਗ ਹਾਲ ਸੀ ਪ੍ਰੋਪਰ, ਨਾ ਕੋਈ ਸਿਟਿੰਗ ਦੇ ਲਈ ਜਗ੍ਹਾ ਸੀਗੀ। ਇੱਕ ਬਹੁਤ ਪੰਜਾਬ ਦੇ ਵਿੱਚ ਕਹਿੰਦੀ ਕਹਾਂਦੀ ਕਾਰਪੋਰੇਸ਼ਨ ਦੀ ਬਿਲਡਿੰਗ ਵੀ ਬਣਵਾ ਕੇ ਦਿੱਤੀ ਜਦੋਂ ਸਾਡੀ ਆਪਣੀ ਸਰਕਾਰ ਸੀਗੀ ਤੇ ਇਹ ਸਾਰੇ ਸ਼ਹਿਰ ਵਾਸੀਆਂ ਲਈ ਅਸੀਂ ਇੱਕ ਤੋਹਫਾ ਦਿੱਤਾ ਸੀਗਾ। ਹੁਣ ਕਾਰਪੋਰੇਸ਼ਨ ਦੇ ਚੁਣਾਵ ਦੂਜੀ ਵਾਰੀ ਆ ਰਹੇ ਹੈਗੇ ਆ ਤੇ ਤੁਸੀਂ ਕਿਹਾ ਹੈਗਾ ਕਿ ਇੱਥੇ ਡਿਵੈਲਪਮੈਂਟ ਜਿਹੜੀ ਉਹ ਘੱਟ ਆ, ਆਮਦਨ ਵੀ ਘੱਟ ਆ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਪਰ ਜੇ ਇੱਛਾ ਸ਼ਕਤੀ ਹੋਵੇ ਡਿਵੈਲਪਮੈਂਟ ਕਰਾਉਣ ਦੀ ਤਾਂ ਕੋਈ ਪ੍ਰੋਬਲਮ ਨਹੀਂ ਆ। ਇਹ ਮੌਜੂਦਾ ਜਿਹੜੇ MLA ਆ, ਹੁਣ ਮੰਤਰੀ ਵੀ ਹੈਗੇ ਆ, ਉਹਨਾਂ ਦੀ ਦੂਸਰੀ ਟਰਮ ਆ। ਐਜ਼ MLA ਉਹਨਾਂ ਨੇ ਇੱਕ ਡੱਖਾ ਨਹੀਂ ਤੋੜਿਆ, ਕਿਤੇ ਵਿਧਾਨ ਸਭਾ 'ਚ ਕੋਈ ਸਵਾਲ ਨਹੀਂ ਚੁੱਕਿਆ, ਕਿਤੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿਸੇ ਅਫਸਰ ਕੋਲ ਜਾ ਕੇ ਕਿ ਇਸ ਸ਼ਹਿਰ ਦੇ ਵਿੱਚ ਮੈਂ MLA ਆ ਇਸ ਜਗ੍ਹਾ ਦਾ ਤੇ ਇਹਦੇ ਵਿੱਚ ਕੋਈ ਡਿਵੈਲਪਮੈਂਟ ਲਈ ਪ੍ਰੋਜੈਕਟ ਲੈ ਕੇ ਆਓ। ਸਿਰਫ ਇਹ ਕਹਿ ਕੇ 5 ਸਾਲ ਗਵਾਤਾ ਹੈ ਕਿ ਮੇਰੀ ਤਾਂ ਸਰਕਾਰ ਨਹੀਂ ਹੈਗੀ। ਚਲੋ ਲੋਕਾਂ ਨੇ ਉਹਨਾਂ ਨੂੰ ਦੁਬਾਰਾ ਵੀ ਮੌਕਾ ਦੇ ਦਿੱਤਾ, ਸਰਕਾਰ ਵੀ ਉਹਨਾਂ ਦੀ ਬਣ ਗਈ। ਅੱਜ 4.5 ਸਾਲ ਦੇ ਕਰੀਬ ਸਰਕਾਰ ਬਣੀ ਨੂੰ ਹੋ ਗਏ ਆ ਤੇ 4 ਸਾਲ ਦੇ ਵਿੱਚ ਇੱਕ ਨਵਾਂ ਪੈਸਾ ਨਹੀਂ ਆਇਆ ਤੇ ਇੱਕ ਇੱਟ ਨੇ ਲੱਗੀ ਇਹਨਾਂ ਮਹਾਸ਼ੇ ਦੀ, ਇਹ ਜਿਹੜੇ ਸਾਡੇ ਮੰਤਰੀ ਸਾਹਿਬ ਆ ਉਹਨਾਂ ਦੀ ਪ੍ਰयास ਦੇ ਨਾਲ, ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ। ਤੇ ਹੁਣ ਕੈਂਚੀ ਰੀਵਨ ਲੈ ਕੇ ਨਿਕਲੇ ਹੋਏ ਆ, ਨਾਰੀਅਲ ਲੈ ਕੇ ਨਿਕਲੇ ਹੋਏ ਆ। ਜਿਹੜੇ ਕਾਰਪੋਰੇਸ਼ਨ ਨੇ ਕੰਮ ਪਾਸ ਕੀਤੇ ਸੀ, ਕੌਂਸਲਰ ਨੇ ਕੰਮ ਪਾਸ ਕੀਤੇ ਸੀ, ਉਹ ਉਹਨਾਂ ਦੇ ਉਦਘਾਟਨ ਨੀਂਹ ਪੱਥਰ ਰੱਖਣ ਲਈ। ਪਰ ਉਹ ਕਹਿੰਦੇ ਹੁੰਦੇ ਨਾ, ਨਕਲ ਲਈ ਵੀ ਅਕਲ ਚਾਹੀਦੀ ਆ। ਅੱਜ ਸਾਰਾ ਸ਼ਹਿਰ ਪੁੱਟ ਮਾਰਿਆ, ਬਰਸਾਤ ਹੋਈ, ਲੋਕੀ ਤੰਗ ਹੋ ਰਹੇ ਆ, ਦੁਕਾਨਦਾਰਾਂ ਦੇ ਗਾਹਕ ਭੱਜ ਰਹੇ ਆ। ਵਿਕਾਸ ਦੇ ਨਾਂ 'ਤੇ ਪੈਸੇ ਦੀ ਬਰਬਾਦੀ ਸਾਡੇ ਸ਼ਹਿਰ ਦੇ ਵਿੱਚ ਹੋ ਰਹੀ ਹੈ, ਜਿਹਨੂੰ ਦੇਖ ਕੇ ਬੜਾ ਦੁੱਖ ਹੁੰਦਾ, ਮੈਨੂੰ ਵੀ ਹੁੰਦਾ। ਔਰ ਜਿਨ੍ਹਾਂ ਦੇ ਬਿਜ਼ਨਸ ਖਰਾਬ ਹੋ ਰਹੇ ਆ ਔਰ ਐਕਸੀਡੈਂਟਲ ਕੇਸਿਸ ਵੀ ਕਈ ਦੇਖਣੇ ਨੂੰ ਆਏ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਆਪਾਂ ਧਾਪੀ ਦੇ ਵਿੱਚ ਬਿਨਾਂ ਯੋਜਨਾ ਬੱਧ ਕੀਤੇ ਵਿਕਾਸ ਕੰਮ ਕਰਾਉਣਾ, ਇਹ ਕੋਈ ਸਮਝਦਾਰੀ ਨਹੀਂ ਹੈਗੀ। ਚੁਣਾਵ ਸਿਰ 'ਤੇ ਆਏ, ਪਹਿਲੇ ਉਹ ਰੋਕ ਰੱਖੇ ਸਾਰੇ ਕੰਮ, ਲੋਕਾਂ ਨੂੰ ਤਕਲੀਫ ਹੋਈ ਇੰਨੇ ਸਾਲ, ਥੋੜ੍ਹੇ ਜਿਹੇ ਪੈਸੇ ਹੁਣ ਸਟੇਟ ਦੇ ਵੀ ਲੈ ਕੇ ਆਏ ਆ, ਪਰ ਉਹਦੇ ਨਾਲ ਗੈਰ ਜ਼ਰੂਰੀ ਕੰਮ ਜਿਹੜੇ ਆ ਉਹ ਹੋ ਰਹੇ ਆ। ਪਤਾ ਨਹੀਂ ਕਿਹਨੂੰ ਲਾਭ ਪਹੁੰਚਾਉਣ ਲਈ ਹੋ ਰਹੇ ਆ। ਲੋਕ ਤਾਂ ਹਰ ਜਗ੍ਹਾ ਪ੍ਰੋਟੈਸਟ ਕਰ ਰਹੇ ਆ ਜਿੱਥੇ ਉਹ ਕੰਮ ਸ਼ੁਰੂ ਹੋ ਰਿਹਾ। ਇਹ ਬੇਸ਼ੱਕ ਖੁਸ਼ ਹੋਈ ਜਾਣ, ਪੇ ਫੀਤਾ ਲੈ ਕੇ ਕੈਂਚੀ ਲਾ ਕੇ ਮੈਂ ਅਸੀਂ ਕੰਮ ਸ਼ੁਰੂ ਕਰਾਤੇ, ਪਰ ਜਨਤਾ ਖੁਸ਼ ਨਹੀਂ। ਜਨਤਾ ਇਹਨਾਂ ਦੇ ਤੌਰ ਤਰੀਕੇ ਤੋਂ बिल्कुल नाराज है और पैसा बर्बाद हो रहा है। तीक्ष्ण सूद जी ने बहुत अच्छा दसिया कि जनता खुश नहीं है। सर, मेरा अगला सवाल ये है कि स्मार्ट कौंसलर, स्मार्ट वार्ड अज समय की मंग है। साडे राजनेतावां दी वर्किंग दे विच भी बहुत ज़्यादा चेंज आ चुका है। क्या तुसी आने वाले टाइम च स्मार्ट कौंसलर, स्मार्ट वार्ड दी कोई घोषणा करना चाहते हो ताकि कौंसलर्स इन कंपटीशन विद ईच अदर दे डिलीवर द बेस्ट? घोषणा किए बगैर भी जी एप्रीसीएशन है ना जी,
ਉਹ ਪਬਲਿਕ ਵੀ ਕਰਦੀ ਆ, ਅਸੀਂ ਐਜ਼ ਏ ਪਾਰਟੀ ਦੇ ਸੀਨੀਅਰ ਲੋਕ ਵੀ ਕਰਦੇ ਹੈਗੇ ਆ। ਠੀਕ ਆ ਨਾ ਜੀ। ਜਿਹੜੇ ਕੌਂਸਲਰ ਐਕਟਿਵ ਆ, ਆਪਣੇ ਇਲਾਕੇ ਦਾ ਖਿਆਲ ਰੱਖਦੇ ਆ, ਉਹਨਾਂ ਦੀ ਬੱਲੇ ਬੱਲੇ ਹੁੰਦੀ ਆ, ਉਹਨਾਂ ਨੂੰ ਲੋਕੀ ਦੁਬਾਰਾ ਵੀ ਚੁਣਦੇ ਆ। ਔਰ ਸਾਡੀ ਪਾਰਟੀ ਦੇ ਬਹੁਤ ਸਾਰੇ ਕੌਂਸਲਰਸ ਨੇ ਇਹ ਕੋਸ਼ਿਸ਼ ਕੀਤੀ, ਆਪਣੇ ਆਪਣੇ ਵਾਰਡ ਨੂੰ ਬੱਚਿਆਂ ਵਾਂਗਰ ਪਾਲਿਆ, ਉਹਦੀ ਡਿਵੈਲਪਮੈਂਟ ਕਰਾਈ, ਲੋਕਾਂ ਦੇ ਕੰਮ ਕੀਤੇ, ਪਰਸਨਲ ਕੰਮ ਵੀ ਕੀਤੇ, ਉਹਨਾਂ ਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਚਾਹੇ ਉਹ ਕਿਤੇ ਸਾਈਨ ਹੋਣੇ ਆ ਉਹ ਰੱਖਿਆ ਖਿਆਲ, ਤੇ ਲੋਕੀ ਉਹਨਾਂ ਨੂੰ ਦੁਬਾਰਾ ਚੁਣਨੇ ਨੂੰ ਤਿਆਰ। ਪਰ ਇੱਥੇ ਵੀ ਰਾਜਨੀਤੀ ਆ। ਉਹ ਸਾਡੀਆਂ ਜਿਹੜੀਆਂ 15-20 ਕੌਂਸਲਰ ਦੀਆਂ ਸੀਟਾਂ ਸੀ ਜਿਹੜੀਆਂ ਅਨਬੀਟੇਬਲ ਲੱਗੀਆਂ ਸੱਤਾਧਾਰੀਆਂ ਨੂੰ, ਉਹਨਾਂ ਨੇ ਗਲਤ ਮਲਤ ਇਲੀਗਲ ਗੈਰ ਕਾਨੂੰਨੀ ਇਰੈਗੂਲਰ ਵਾਰਡਬੰਦੀ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਚੰਗੇ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ ਜਿਨ੍ਹਾਂ ਦੀ ਕਮੇਟੀ ਦੇ ਕਾਰਪੋਰੇਸ਼ਨ ਦੇ ਵਿੱਚ ਪਰਫਾਰਮੈਂਸ ਸੀ ਔਰ ਲੋਕੀ ਉਹਨਾਂ ਨੂੰ ਦੁਬਾਰਾ ਆਪਣਾ ਕੌਂਸਲਰ ਬਣਾਉਣਾ ਚਾਹੁੰਦੇ ਸੀ। ਤੇ ਇਹ ਮੈਂ ਸਮਝਦਾ ਕਿ ਇੱਕ ਨੈਚੁਰਲ ਤਰੀਕਾ ਹੋਣਾ ਚਾਹੀਦਾ। ਤੇ ਇਹਨਾਂ ਦੀ ਆਪ ਰਿਕਾਰਡ ਕਹਿੰਦਾ ਕਿ ਨਾ ਆਬਾਦੀ ਵਧੀ ਤਾਂ ਨਾ ਏਰੀਆ ਵਧਿਆ, ਤੇ ਮਾਮਲਾ ਵੀ ਹਾਈ ਕੋਰਟ 'ਚ ਆ, 1-2 ਦਿਨਾਂ 'ਚ ਫੈਸਲਾ ਵੀ ਆਉਣਾ, ਸੁਪਰੀਮ ਕੋਰਟ 'ਚ ਵੀ ਇੱਕ ਮਾਮਲਾ ਹੈਗਾ। ਪਰ ਸਰਕਾਰ ਜਲਦੀ ਕੋਰਟ ਦਾ ਫੈਸਲਾ ਨਾ ਆਵੇ ਅੱਗੇ ਵੱਧਦੀ ਜਾ ਰਹੀ ਆ। ਔਰ ਇਹਨਾਂ ਨੂੰ ਡਰ ਆ ਕਿ ਜਿਉਂ-ਜਿਉਂ ਸਮੇਂ ਬੀਤੇਗਾ ਤਿਉਂ ਇਹਨਾਂ ਦੀ ਹਾਲਤ ਪਤਲੀ ਹੁੰਦੀ ਜਾਏਗੀ, ਕਿਉਂਕਿ ਸਰਕਾਰ ਦਾ ਸਮਾਂ ਘੱਟ ਜਾਏਗਾ ਔਰ ਐਂਟੀ ਇਨਕੰਬੈਂਸੀ ਦਿਨ ਬ ਦਿਨ ਬੜੀ ਤੇਜ਼ੀ ਨਾਲ ਕਾਂਗਰਸ ਦੇ ਖਿਲਾਫ ਔਰ ਸਾਡੇ ਲੋਕਲ ਮੰਤਰੀ ਸਾਹਿਬ ਦੇ ਖਿਲਾਫ ਬਹੁਤ ਤੇਜ਼ੀ ਨਾਲ ਐਂਟੀ ਇਨਕੰਬੈਂਸੀ ਵੱਧ ਰਹੀ ਹੈਗੀ ਹੈ। ਔਰ ਇਸ ਵੇਲੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਜੋ ਹੈਗੀ ਆ ਪੰਜਾਬ ਦੇ ਵਿੱਚ, ਉਹਦੇ 'ਚ ਮੈਂ ਸਮਝਦਾ ਕਿ ਇਹ ਮੌਜੂਦਾ ਸਰਕਾਰ ਔਰ ਕਾਂਗਰਸ ਦਾ ਬਹੁਤ ਵੱਡਾ ਹੱਥ ਆ। ਇਹਨਾਂ ਦਾ ਪੋਲੀਟੀਕਲ ਗਰਾਊਂਡ ਜਿਹੜੀ ਆ ਜ਼ਮੀਨ ਉਹ ਖਿਸਕ ਚੁੱਕੀ ਹੈਗੀ ਆ। ਜਿਹੜੇ ਵਾਅਦੇ ਕਰਕੇ ਇਹ ਸਰਕਾਰ ਬਣੀ ਸੀਗੀ ਜਨਤਾ ਦੇ ਨਾਲ, ਉਹ ਵਾਅਦੇ ਪੂਰੇ ਨਹੀਂ ਹੋਏ। ਲੋਕੀ ਤਾਂ ਦਿਨ ਉਡੀਕਦੇ ਆ ਕਿ ਅਸੈਂਬਲੀ ਦੇ ਇਲੈਕਸ਼ਨ ਆਉਣ ਤੇ ਅਸੀਂ ਵੋਟ ਪਾ ਕੇ ਸਰਕਾਰ ਨੂੰ ਚੱਲਦਾ ਕਰੀਏ, ਇਕੱਲਾ ਚੱਲਦਾ ਨਹੀਂ ਕਰੀਏ, ਇਹਨਾਂ ਦਾ ਇੱਥੋਂ ਨਾਮੋ ਨਿਸ਼ਾਨ ਪੰਜਾਬ 'ਚੋਂ ਖ਼ਤਮ ਕਰ ਦਈਏ। ਪਰ ਇਹ ਇੱਧਰ ਵਿੰਗੇ ਸਿੱਧੇ ਤਰੀਕਿਆਂ ਨਾਲ ਔਰ ਗੈਰ ਕਾਨੂੰਨੀ ਢੰਗ ਨਾਲ ਸੱਤਾ ਦੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਦੁਬਾਰਾ ਕੌਂਸਲ ਦੇ ਚੁਣਾਵ ਜਿੱਤਣਾ ਚਾਹੁੰਦੇ ਆ। ਪਰ ਜਨਤਾ ਬੜੀ ਸਿਆਣੀ ਆ, ਇਹ ਹੋਣਾ ਨਹੀਂ ਹੈਗਾ। ਇਹਨਾਂ ਨੂੰ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ, ਇਹ ਹੋਣਾ ਨਹੀਂ ਹੈ। ਨਤੀਜੇ ਤੁਹਾਡੇ ਸਾਹਮਣੇ ਜਿਹੜੇ ਹੋਣਗੇ ਉਹ ਇਹਨਾਂ ਲਈ ਬੜੇ ਬਿਸਮੇਕਾਰੀ ਹੋਣਗੇ। ਸਾਨੂੰ ਪਤਾ, ਅਸੀਂ ਕਮੇਟੀ ਮੁੜ ਕੇ ਬਣਾਵਾਂਗੇ, ਕਾਰਪੋਰੇਸ਼ਨ ਮੁੜ ਕੇ ਬਣਾਵਾਂਗੇ। ਸੋ ਸਾਹਿਬ ਮੇਰਾ ਅਗਲਾ ਸਵਾਲ, ਆਉਣ ਵਾਲੇ ਟਾਈਮ 'ਚ ਪਾਰਦਰਸ਼ਿਤਾ ਵਧਾਉਣ ਦੇ ਲਈ ਕਿਆ ਕੌਂਸਲਰਸ ਨੂੰ ਵਾਰਡ ਵਾਈਜ਼ ਆਪਣਾ ਇੱਕ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕਰਨਾ ਚਾਹੀਦਾ, ਕਿਉਂਕਿ ਸਮੇਂ ਸਾਹਿਬ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਐਕਸਪੈਕਟੇਸ਼ਨਸ ਬਹੁਤ ਤੇਜ਼ੀ ਨਾਲ ਵੱਧ ਰਹੀਆਂ। ਬਿਲਕੁਲ ਜ਼ਰੂਰੀ ਆ ਕੌਂਸਲਰ ਨੂੰ ਆਪਣੀ ਪਰਫਾਰਮੈਂਸ ਲੋਕਾਂ ਤਾਈਂ ਪਹੁੰਚਾਉਣ ਲਈ, ਕਿਉਂਕਿ ਲੋਕੀ ਭੁੱਲ ਵੀ ਜਾਂਦੇ ਆ, ਬਹੁਤ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ। ਇਹ ਰੱਖਣਾ ਚਾਹੀਦਾ। ਅਸੀਂ ਵੀ ਆਪਣੇ ਕੌਂਸਲਰ ਨੂੰ ਇੰਸਟਰਕਟ ਕੀਤਾ ਵੀ ਤੁਹਾਡੇ ਇਸ 5 ਸਾਲ ਦੇ ਟੈਨਿਓਰ 'ਚ ਇੰਨਾ ਕੁ ਪੈਸਾ ਅਕਾਲੀ ਭਾਜਪਾ ਸਰਕਾਰ ਵੇਲੇ ਆਇਆ ਕਿ ਲੋਕਾਂ ਨੇ ਨੂੰ ਸੈਟੀਸਫਾਈ ਕੀਤਾ। ਪਰ ਇਸ ਦੇ ਨਾਲ ਮੈਂ ਸਮਝਦਾ ਕਿ ਮੀਡੀਆ ਨੂੰ ਵੀ ਆਪਣਾ ਰੋਲ ਪਲੇ ਕਰਨਾ ਚਾਹੀਦਾ। ਸਹੀ ਨੂੰ ਸਹੀ ਕਹਿਣ, ਗਲਤ ਨੂੰ ਗਲਤ ਕਹਿਣ ਤਾਂ ਨਤੀਜੇ ਜ਼ਿਆਦਾ ਵਧੀਆ ਆਉਂਦੇ ਹੈਗੇ ਆ। ਕੌਂਸਲਰ ਵੀ ਰੋਲ ਪਲੇ ਕਰਨ, ਮੀਡੀਆ ਵੀ ਕਰੇ, ਜਨਤਾ ਵੀ ਉਹਨੂੰ ਵੋਟ ਪਾਵੇ ਜਿਹੜਾ ਕੰਮ ਕਰਦਾ, ਨਾ ਕਿ ਜਾਤ ਪਾਤ ਦੇ ਆਧਾਰ 'ਤੇ ਜਾਂ ਕਿਸੇ ਲਾਲਚ ਦੇ ਆਧਾਰ 'ਤੇ, ਜਿਹੜਾ ਕਿ ਅੱਜ ਕੱਲ੍ਹ ਬੜਾ ਪ੍ਰਚਲਨ ਹੋ ਚੁੱਕਾ ਹੈਗਾ, ਉਸ ਦੇ ਆਧਾਰ 'ਤੇ ਵੋਟ ਨਾ ਪਾਵੇ। ਪਰ ਇਹਦੇ ਨਾਲ ਕੁਛ ਕਾਨੂੰਨੀ ਪ੍ਰੋਵੀਜ਼ਨ ਵੀ ਹੈਗੇ ਆ। ਕਾਨੂੰਨੀ ਪ੍ਰੋਵੀਜ਼ਨ ਕੀ ਆ? ਜਿੱਥੇ ਕੋਈ ਡਿਵੈਲਪਮੈਂਟ ਵਰਕ ਹੁੰਦਾ ਉੱਥੇ ਇੱਕ ਬੋਰਡ ਲੱਗਣਾ ਹੁੰਦਾ। ਉਹ ਬੋਰਡ ਦੇ ਵਿੱਚ ਲਿਖਿਆ ਜਾਂਦਾ ਇਹ ਪ੍ਰੋਜੈਕਟ ਕੀ ਆ, ਇਹ ਪ੍ਰੋਜੈਕਟ ਦੀ ਕੋਸਟ ਕਿੰਨੀ ਆ, ਇਹ ਪ੍ਰੋਜੈਕਟ ਕਿੰਨੀ ਦੇਰ 'ਚ ਪੂਰਾ ਹੋਣਾ ਆ, ਇਹਦਾ ਠੇਕੇਦਾਰ ਦਾ ਨਾਂ ਕੀ ਆ, ਉਹਦਾ ਫ਼ੋਨ ਨੰਬਰ ਕੀ ਆ। ਹੁਣ ਜਿਹੜਾ ਹੁਸ਼ਿਆਰਪੁਰ ਸਾਰਾ ਪੁੱਟਿਆ ਜਾ ਰਿਹਾ, ਕੁਛ ਨਹੀਂ ਦੱਸਿਆ ਜਾ ਰਿਹਾ ਜਨਤਾ ਨੂੰ, ਕਿਉਂਕਿ ਇਹ ਜਿੰਨੇ ਪ੍ਰੋਜੈਕਟ ਸ਼ੁਰੂ ਹੋਏ ਆ, ਚਾਹੇ ਧੋਬੀ ਘਾਟ ਤੋਂ ਸ਼ਿਮਲਾ ਪਹਾੜੀ ਤੋਂ ਧੋਬੀ ਘਾਟ ਤੱਕ ਜਿਹੜਾ ਬਣਾ ਰਹੇ ਆ, ਪਾਈਪਾਂ ਪਾ ਰਹੇ ਆ, ਉਹ ਪ੍ਰੋਜੈਕਟ ਫੇਲ ਆ। ਉੱਥੇ ਕੋਈ ਲੋੜ ਨਹੀਂ ਸੀ ਇਸ ਪ੍ਰੋਜੈਕਟ ਦੀ, ਪਾਣੀ ਪਹਿਲਾਂ ਹੀ ਖੜਾ ਹੋਣਾ, ਉੱਥੇ ਬੰਦ ਕਰਤਾ ਸੀ ਮੇਅਰ ਸ਼ਿਵ ਸੂਦ ਦੇ ਵੇਲੇ 'ਤੇ। ਇੱਦਾਂ ਹੀ ਘੰਟਾ ਘਰ 'ਚ ਵੀ ਉਹ ਪ੍ਰੋਜੈਕਟ ਫੇਲ ਆ, ਪਾਣੀ ਦੀ ਐਂਡਲੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਸਤੈਰੀ ਰੋਡ 'ਤੇ ਲੋਕ ਉੱਚੀ ਪਾਤੀ ਐਕਸੀਡੈਂਟ ਦਾ ਕਾਰਨ ਬਣ ਰਿਹਾ, ਉਹ 4-4, 5-5 ਫੁੱਟ ਉੱਚੀ ਲੋਕਾਂ ਬਰਮਸ ਤੋਂ। ਇੱਦਾਂ ਹੀ ਭਰਵਾਈ ਰੋਡ 'ਤੇ। ਇਹ ਕੁਛ ਐਗਜ਼ਾਮਪਲਾਂ, ਵੈਸੇ ਮੈਂ ਤਾਂ ਚਲੋ ਸਾਰੇ ਸ਼ਹਿਰ ਦੀ ਗੱਲ ਕਰਨੀ ਆ, ਇਹ ਕੁਛ ਐਗਜ਼ਾਮਪਲਸ ਆ ਜਿਨ੍ਹਾਂ ਨਾਲ ਮੈਂ ਆਪਣੀ ਗੱਲ ਨੂੰ ਇਲਸਟ੍ਰੇਟ ਕਰ ਰਿਹਾ ਕਿ ਅਨਪਲੈਨਡ ਜਿਹੜਾ ਇਹ ਹੈਫਾਜ਼ਰਡਲੀ ਇਹ ਡਿਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਆ ਸਾਡੀ ਕਾਂਗਰਸ ਦੀ ਸਰਕਾਰ ਨੇ,
म्यूनिसिपलिटी ਦਾ ਟਰਮ ਨਿਕਲਣੇ ਤੋਂ ਬਾਅਦ ਸਾਰੀ ਪਾਵਰ ਆਪਣੇ ਹੱਥ 'ਚ ਲੈਣ ਤੋਂ ਬਾਅਦ ਉਹਦੇ ਨਾਲ ਪੈਸੇ ਦੀ ਬਰਬਾਦੀ ਹੋ ਰਹੀ ਆ। ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਹੈਗੀਆਂ। ਹੁਣ ਵੀ ਜਿੱਦਾਂ ਨੀਲੇ ਕਾਰਡਾਂ ਦੇ ਸਮਾਰਟ ਕਾਰਡ ਬਣੇ ਹੈਗੇ ਆ, ਉਹ ਪਰਸੋਂ ਚੌਥੀ ਮੰਤਰੀ ਜੀ ਨੇ ਸਾਰੇ ਆਪਣੇ ਕਬਜ਼ੇ 'ਚ ਲੈ ਲਏ। ਹੁਣ ਆਪਣੇ ਵਰਕਰਾਂ ਨੂੰ ਦੇ ਦਿੱਤੇ ਵੰਡਣੇ ਲਈ। ਇੱਦਾਂ ਛੋਟੇ ਮੋਟੇ ਲਾਲਚਾਂ ਨਾਲ ਜਿਹੜੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਮੈਂ ਸਮਝਦਾ ਇਟ ਇਜ਼ ਨਾਟ ਅ ਫੇਅਰ ਪਲੇ। ਇਹ ਖੇਲਣਾ ਤਾਂ ਵਧੀਆ ਖੁੱਲ੍ਹ ਕੇ ਖੇਲੋ, ਵਧੀਆ ਖੇਲੋ, ईमानदारी ना खेलो, ना कि लुकन छिपाई ना और सरकारी मशीनरी का मिसयूज़ करके खेलो। सूसा, मेरा अगला सवाल, ਅੱਜ ਕੰਪੈਰੀਜ਼ਨਸ ਬਹੁਤ ਹੋ ਰਹੇ ਨੇ। ਮਿਊਨਿਸਪਲ ਕਾਰਪੋਰੇਸ਼ਨ ਇੰਦੌਰ ਵਨ ਆਫ ਦਾ ਬੈਸਟ ਕਾਰਪੋਰੇਸ਼ਨ ਡਿਕਲੇਅਰ ਹੋਈ ਹੈ। ਕਿਆ ਅਸੀਂ ਮਿਨੀ ਕਾਸ਼ੀ ਹੁਸ਼ਿਆਰਪੁਰ ਨੂੰ ਵੀ ਕੋਸ਼ਿਸ਼ ਕਰਾਂਗੇ ਅਗਰ ਤੁਹਾਡੀ ਪਾਰਟੀ ਜਿੱਤ ਕੇ ਆਂਦੀ ਹੈ? ਬਿਲਕੁਲ ਜੀ, ਅਸੀਂ ਪਹਿਲੇ ਵੀ ਕੀਤਾ, ਕਰਕੇ ਦਿਖਾਇਆ। ਜਿੰਨਾ ਦੇਖੋ, ਇਹ ਜਦੋਂ ਆਪਣੀ ਸਰਕਾਰ ਸੀਗੀ ਨਾ ਬਣੀ, ਉਦੋਂ 33% ਵਾਟਰ ਸਪਲਾਈ ਸੀਵਰੇਜ ਸੀਗਾ ਸਾਡੇ ਇੱਥੇ। ਸੀਵਰੇਜ 33% ਸੀਗਾ ਅਤੇ ਵਾਟਰ ਸਪਲਾਈ 65% ਸੀਗੀ। ਅਤੇ ਅਸੀਂ 2 ਸਕੀਮਾਂ ਲਿਆਂਦੀਆਂ ਮੈਂ ਆਪਣੇ ਪ੍ਰਯਾਸਾਂ ਦੇ ਨਾਲ। ਇੱਕ 100% ਵਾਟਰ ਸਪਲਾਈ ਸੀਵਰੇਜ ਦੀ ਸਕੀਮ, ਉਹਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਉੱਪਰ ਸੜਕਾਂ ਬਣਾਈਆਂ ਗਈਆਂ। ਔਰ ਸੈਕਿੰਡ ਟਰਮ ਦੇ ਵਿੱਚ ਜਿਸਲੇ ਨਵੇਂ ਏਰੀਆ ਡਿਵੈਲਪ ਹੋਏ ਆ, ਫਿਰ ਇਹਦੀ ਜ਼ਰੂਰਤ ਪਈ ਤਾਂ ਆਪਾਂ ਅੰਮ੍ਰਿਤ ਯੋਜਨਾ ਜਿਹੜੀ ਕੇਂਦਰ ਦੀ ਯੋਜਨਾ ਸੀਗੀ, ਅਸੀਂ ਉਹ ਲੈ ਕੇ ਆਂਦੇ ਆ। ਅੰਮ੍ਰਿਤ ਸਿਟੀ ਜਿਹੜਾ ਹੁਸ਼ਿਆਰਪੁਰ ਨੂੰ ਡਿਕਲੇਅਰ ਕਰਾਇਆ ਸੈਂਟਰ ਤੋਂ, ਉਹ ਸੈਂਟਰ 'ਚ ਵੀ ਆਪਣੀ ਸਰਕਾਰ ਸੀ, ਇੱਥੇ ਵੀ। ਔਰ ਅੰਮ੍ਰਿਤ ਯੋਜਨਾ ਇਸ ਵੇਲੇ ਇੱਕ ਮੈਂ ਸਮਝਦਾ ਇਨਡਾਇਰੈਕਟ ਕਰਪਸ਼ਨ ਦਾ ਅੱਡਾ ਬਣ ਚੁੱਕੀ ਆ। ਉਹ ਸਾਰੀਆਂ ਜਿਹੜੀਆਂ ਸੀਵਰੇਜ ਦੀਆਂ ਫੈਸਿਲਿਟੀਜ਼ ਆ ਵਾਟਰ ਸਪਲਾਈ ਦੀਆਂ, ਉਹ ਕੋਲੋਨਾਈਜ਼ਰ ਲੌਬੀ ਜਿਹੜੀ ਹੈਗੀ, ਜਿਹਦੇ ਵਿੱਚ ਸਾਡੇ ਸੱਤਾਧਾਰੀ ਜਿਹੜੇ ਆ ਉਹ ਵੱਡੀ ਗਿਣਤੀ 'ਚ ਹਿੱਸੇਦਾਰ ਆ, ਉਹਦੇ ਲਈ ਆਪਣਾ ਮਿਸਯੂਜ਼ ਕਰ ਰਹੇ ਆ। ਆਪਣੀਆਂ ਕਲੋਨੀਆਂ ਨੂੰ ਜੋੜਨ ਲਈ, ਚਾਹੇ ਉਹ ਸ਼ਹਿਰ 'ਚ ਆ ਕਲੋਨੀਆਂ, ਚਾਹੇ ਸ਼ਹਿਰ ਤੋਂ ਬਾਹਰ ਆ, ਉਹ ਕਲੋਨੀਆਂ ਨੂੰ ਜੋੜ ਕੇ ਉਹ 40 ਕਰੋੜ ਦੀ ਜਿਹੜੀ ਅੰਮ੍ਰਿਤ ਸਕੀਮ ਆ, ਉਹਦਾ ਫਾਇਦਾ ਆਪਣੇ ਲੈ ਰਹੇ ਹੈਗੇ ਆ। ਔਰ 3 ਸਾਲ ਇਹਨਾਂ ਨੇ ਜਿਹੜੀ ਲੋਕਾਂ ਨੂੰ ਵੰਚਿਤ ਰੱਖਿਆ, ਡਿਲੇ ਕੀਤਾ, ਪ੍ਰਲੋਂਗ ਕੀਤਾ ਇਸ ਸਕੀਮ ਨੂੰ, ਸਿਰਫ ਇਹੀ ਸਕੀਮਾਂ ਬਣਾਉਣ ਲਈ ਕਿ ਇਹਦਾ ਅਸੀਂ ਪਰਸਨਲ ਫਾਇਦਾ ਕਿੱਦਾਂ ਲਈਏ। ਸੋ ਲੋਕਾਂ ਨੂੰ ਇਹਦੇ ਬਾਰੇ ਜਾਗਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ ਕਿ ਇਹਨਾਂ ਨੇ ਜਿਹੜੇ ਸਰਕਾਰੀ ਫੰਡ ਆ, ਸੈਂਟਰ ਦੀਆਂ ਸਰਕਾਰੀ ਸਕੀਮਾਂ, ਸਟੇਟ ਦੀਆਂ ਸਰਕਾਰੀ ਸਕੀਮਾਂ, ਉਹ ਆਪਣੇ ਪਰਸਨਲ ਯੂਜ਼ ਲਈ ਉਹਦਾ ਲਾਭ ਉਠਾ ਰਹੇ ਆ, ਕਰ ਰਹੇ ਆ। ਔਰ ਜਨਤਾ ਨੂੰ ਇਹ ਪੈਂਡਿੰਗ ਰੱਖਿਆ ਜਾ ਰਿਹਾ, 3-3 ਸਾਲ 2-2 ਸਾਲ ਉਹ ਫੈਸਿਲਿਟੀ ਨਹੀਂ ਮਿਲ ਰਹੀ। ਅਤੇ ਜਨਤਾ ਨੂੰ ਜਾਗਰੂਕ ਹੋ ਕੇ ਇਹਦਾ ਜਵਾਬ ਆਉਣ ਵਾਲੀਆਂ ਚੋਣਾਂ 'ਚ ਦੇਣਾ ਚਾਹੀਦਾ। ਸੂਸਾ, ਮੇਰਾ ਅਗਲਾ ਸਵਾਲ, ਜਿਵੇਂ ਲੋਕ ਸਭਾ ਔਰ ਰਾਜ ਸਭਾ ਦੀਆਂ ਕਾਰਵਾਈਆਂ ਦਾ ਪ੍ਰਸਾਰਣ ਹੁੰਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਏਰੀਏ ਦੇ ਮੈਂਬਰ ਪਾਰਲੀਮੈਂਟ ਨੇ ਕੀ ਕੁਐਸਚਨ ਚੱਕੇ ਨੇ ਆਪਣੀ ਕੌਂਸਟੀਚੁਐਂਸੀ ਲਈ। ਕਿਆ ਤੁਸੀਂ ਵਕਾਲਤ ਕਰਦੇ ਹੋ ਆਉਣ ਵਾਲੇ ਟਾਈਮ 'ਚ ਪਾਰਦਰਸ਼ਤਾ ਨੂੰ ਵਧਾਉਣ ਦੇ ਲਈ ਹਾਊਸ ਮੀਟਿੰਗਸ ਦਾ ਵੀ ਲੋਕਲ ਲੈਵਲ 'ਤੇ ਟੀਵੀ ਪ੍ਰਸਾਰਣ ਹੋਵੇ? ਮੈਂ ਬਿਲਕੁਲ ਹੱਕ 'ਚ ਹਾਂ ਜੀ ਪਾਰਦਰਸ਼ਤਾ ਹੋਣੀ ਚਾਹੀਦੀ ਆ, ਕਿਉਂਕਿ ਇਹ ਪਬਲਿਕ ਪ੍ਰਾਪਰਟੀ, ਪਬਲਿਕ ਫੰਡ ਆ, ਕਿਸੇ ਦੀ ਜਾਇਦਾਦ ਨਹੀਂ ਹੈਗੀ। ਪਰ ਇੱਥੇ ਪਾਰਦਰਸ਼ਤਾ ਦਾ ਦਿਵਾਲਾ ਨਿਕਲਿਆ ਪਿਆ ਅੱਜ ਦੇ ਡੇਟ ਦੇ ਵਿੱਚ। ਜਦੋਂ ਚੁਣੀ ਹੋਈ ਕਾਰਪੋਰੇਸ਼ਨ ਸੀ, ਉਦੋਂ ਕਾਫੀ ਹੱਦ ਤੱਕ ਪਾਰਦਰਸ਼ਤਾ ਸੀਗੀ, ਕਾਫੀ ਹੱਦ ਤੱਕ। ਪਰ ਸਰਕਾਰ ਉੱਪਰ ਜਿਹੜੀ ਬੈਠੀ ਹੈਗੀ ਆ, ਉਹ ਇਹਦੇ ਬਾਰੇ ਜ਼ਰੂਰ ਕੋਈ ਇੰਸਟਰਕਸ਼ਨਾਂ ਭੇਜੇ ਥੱਲੇ ਪਾਰਦਰਸ਼ਤਾ ਨੂੰ ਇੰਸ਼ੋਰ ਕਰਾਉਣ ਲਈ। ਮੀਡੀਆ ਜਿਹੜਾ ਹੈਗਾ ਉਹਨੂੰ ਚੌਥਾ ਸਤੰਭ ਐਵੇਂ ਨਹੀਂ ਕਹਿੰਦੇ, ਚੌਥਾ ਸਤੰਭ ਇਸ ਕਰਕੇ ਕਹਿੰਦੇ ਆ ਕਿ ਉਹ ਜਿਹੜੀ ਚੁਣੇ ਹੋਏ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਉਹ ਪਬਲਿਕ ਤੱਕ ਲਿਜਾਂਦੇ ਆ ਔਰ ਪਬਲਿਕ ਦਾ ਇੱਕ ਓਪੀਨੀਅਨ ਮੇਕ ਕਰਦੇ ਹੈਗੇ ਆ। ਸੋ ਪਾਰਦਰਸ਼ਤਾ ਹੋਣੀ ਚਾਹੀਦੀ ਆ। ਹਾਂ, ਕੁਛ ਗੋਪਨੀय ਮਾਮਲੇ ਹੁੰਦੇ ਆ ਜਿਹੜੇ ਪਬਲਿਕ ਤੱਕ ਨਹੀਂ ਲਿਜਾਣੇ। ਉਹ ਮੇਅਰ ਕੋਲ, ਜਿੱਦਾਂ ਸਪੀਕਰ ਕੋਲ ਪਾਵਰ ਹੁੰਦੀ ਆ, ਮੇਅਰ ਕੋਲ ਪਾਵਰ ਹੋਵੇ ਅਤੇ ਉਹ ਕੁਛ ਸਪੈਸ਼ਲ ਐਕਸੈਪਸ਼ਨਲ ਕੇਸਿਸ ਦੇ ਵਿੱਚ ਕੈਮਰਾ ਪ੍ਰੋਸੀਡਿੰਗ ਵੀ ਹੋ ਸਕਦੀਆਂ, ਇਨਬਾਕਸ ਵੀ ਹੋ ਸਕਦੀਆਂ। ਉਹ ਵੀ ਇੱਕ ਪ੍ਰੋਵੀਜ਼ਨ ਬਹੁਤ ਜ਼ਰੂਰੀ ਹੁੰਦੇ ਹੈਗੇ ਆ। ਪਰ ਜਨਰਲੀ ਮੈਂ ਬਿਲਕੁਲ ਪਾਰਦਰਸ਼ਤਾ ਦੇ ਹੱਕ 'ਚ ਹਾਂ ਔਰ ਸਾਰਾ ਪ੍ਰਸਾਰਣ ਹੋਣਾ ਚਾਹੀਦਾ। ਸੂ ਸਾਹਿਬ ਨੇ ਬਹੁਤ ਵਧੀਆ ਦੱਸਿਆ। ਸੂ ਸਾਹਿਬ, ਮੇਰਾ ਅਗਲਾ ਸਵਾਲ ਕਿ ਕਾਉਂਸਲਰਸ ਨੂੰ ਰਿਸਪੌਂਸਿਬਿਲਿਟੀ ਕਿੱਦਾਂ ਉਹਨਾਂ ਦੇ ਉੱਤੇ ਫਿਕਸ ਕੀਤੀ ਜਾਵੇ। ਖਿਲਾੜੀ ਕੋਲ 2 ਗੋਲ ਨਹੀਂ ਹੁੰਦੇ, ਬੱਖੀਆਂ ਉਧੇੜ ਦਿੱਤੀਆਂ ਜਾਂਦੀਆਂ। ਕ੍ਰਿਕਟ ਬੌਲਰ ਕੋਲ ਵਿਕਟ ਨਹੀਂ ਲੈ ਹੁੰਦੀ, ਕੱਢ ਦਿੱਤਾ ਜਾਂਦਾ ਹੈ। ਸ਼ਹਿਰ ਦੀ ਵਿਵਸਥਾ ਬੁਰੇ ਹਾਲ 'ਚ ਹੈ। ਕਾਰਪੋਰੇਸ਼ਨ 'ਚ ਕਾਉਂਸਲਰਸ ਦੀ ਰਿਸਪੌਂਸਿਬਿਲਿਟੀ ਨੂੰ ਕਿੱਦਾਂ ਤੈਅ ਕੀਤਾ ਜਾਵੇ? ਕਾਉਂਸਲਰ ਦੀ ਰਿਸਪੌਂਸਿਬਿਲਿਟੀ ਤਾਂ ਤੈਅ ਹੋਣੀ ਚਾਹੀਦੀ ਹੈ ਜੀ, ਪਰ ਅੱਜ ਕਾਉਂਸਲਰ ਕੋਈ ਨਹੀਂ ਹੈ ਇਨ ਵਰਕਿੰਗ 'ਚ ਪਿਛਲੇ ਫਰਵਰੀ ਤੋਂ ਬਾਅਦ। ਅਤੇ ਸਰਕਾਰ ਜਿਹੜੀ ਚਲਾ ਰਹੀ ਆ ਕੌਂਸਲ, ਇਹਦੀ ਰਿਸਪੌਂਸਿਬਿਲਿਟੀ ਵੀ ਤੈਅ ਹੋਣੀ ਚਾਹੀਦੀ ਹੈ। ਜਦੋਂ ਸਰਕਾਰ ਕਾਰਪੋਰੇਸ਼ਨ ਨੂੰ ਚਲਾਉਂਦੀ ਆ ਅਤੇ ਉਹਦੀ ਰਿਸਪੌਂਸਿਬਿਲਿਟੀ ਵੀ ਤੈਅ ਹੋਣੀ ਚਾਹੀਦੀ ਆ। ਕੌਂਸਲਰ ਬਹੁਤ ਸਾਰੇ, ਮੈਂ ਸਭ ਦੀ ਨਹੀਂ ਗੱਲ ਕਰਦਾ, ਬਹੁਤ ਇਮਾਨਦਾਰ ਵੀ ਲੋਕ ਹੈਗੇ ਆ,
कुछ कौंसलर अपने रिश्तेदारों के ਨਾਂ ਤੇ ठेके लेंदे आ। हाँ जी, कोऑपरेटिव सोसाइटियां बना के अपना नाम पिछे रख के ਉਹਦੇ ਨਾਂ ਤੇ भी ठेके लेंदे आ। ਇਹਨਾਂ चीज़ों ਨੂੰ भी ਬਰੀਕੀ ਨਾਲ ਮਿਨਿਊਟਲੀ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਦੇਖੇ, नहीं तो जनता ਜਿਹੜੀ ਹੈਗੀ ਆ ਉਹਨੂੰ ਇਹ ਚੀਜ਼ਾਂ ਦਾ ਨੋਟਿਸ ਲੈਣਾ ਚਾਹੀਦਾ ਜਦੋਂ ਵੋਟਾਂ ਪੈਣ। ਸੂ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ। ਸੂ ਸਾਹਿਬ, ਮੇਰਾ ਅਗਲਾ ਸਵਾਲ, ਅਸੀਂ ਦੇਖਿਆ ਕਿ ਕਾਰਪੋਰੇਸ਼ਨ ਕਈ ਤਰ੍ਹਾਂ ਦੇ ਸੈਸ ਇਕੱਠੇ ਕਰਦੀ ਹੈ ਟੂ ਮੇਨਟੇਨ ਜਿਹੜੇ ਜਾਨਵਰ ਲੋਕਾਂ ਨੇ ਕੱਢ ਦਿੱਤੇ ਗਏ ਨੇ ਉਹਨਾਂ ਦੀ ਸੁਰੱਖਿਆ ਲਈ ਔਰ ਰੱਖਿਆ ਲਈ। ਉਸ ਸੈਸ ਦਾ ਸਦਉਪਯੋਗ ਨਹੀਂ ਹੁੰਦਾ। ਅਸੀਂ ਜਾਨਵਰ ਦੇਖਦੇ ਹਾਂ, ਐਕਸੀਡੈਂਟ ਦਾ ਕਾਰਨ ਵੀ ਬਣਦਾ ਹੈ। ਸੂ ਸਾਹਿਬ, ਅਗਰ ਤੁਹਾਡੀ ਪਾਰਟੀ ਪਾਵਰ 'ਚ ਆਉਂਦੀ ਹੈ ਤੇ ਉਸ ਸੈਸ ਨੂੰ ਟਰਾਂਸਪੇਰੈਂਟ ਬਣਾਉਣ ਦੇ ਲਈ ਤੁਸੀਂ ਕੀ ਯੋਜਨਾ ਲੈ ਕੇ ਆਓਗੇ? ਦੇਖੋ, ਤੁਸੀਂ ਸੈਸ ਦੀ ਗੱਲ ਕੀਤੀ ਆ, ਇਹ ਸਾਰਾ ਸਿਸਟਮ ਅਸੀਂ ਸ਼ੁਰੂ ਕੀਤਾ ਜਦੋਂ ਸਾਡੀ ਸਰਕਾਰ ਸੀਗੀ, ਕਿਉਂਕਿ ਗੋ ਧਨ ਜਾਂ ਗਊ ਮਾਤਾ ਗਊ ਵੰਸ਼ ਉਹ ਸੜਕਾਂ 'ਤੇ ਘੁੰਮਦੇ ਆ। ਸਾਡੀ ਸੰਸਕ੍ਰਿਤੀ ਵਿੱਚ ਤੇ ਵੈਸੇ ਵੀ ਕ੍ਰਿਸ਼ੀ ਵਾਸਤੇ ਇੱਕ ਗਊ ਨੂੰ ਪੂਜਿਆ ਮੰਨਿਆ ਜਾਂਦਾ, ਬੈਲ ਨੂੰ ਪੂਜਿਆ ਮੰਨਿਆ ਜਾਂਦਾ ਹੈਗਾ। ਤੇ ਸੜਕਾਂ 'ਤੇ ਘੁੰਮਣ, ਗੰਦਮੰਦ ਖਾਣ, ਇਹ ਰੁਕਣਾ ਚਾਹੀਦਾ। ਆਪਣੀ ਸਰਕਾਰ ਵੇਲੇ ਅਸੀਂ ਗਊ ਸੈਸ ਲਗਾਇਆ ਤਾਂ ਕਿ ਗਊਸ਼ਾਲਾਵਾਂ ਲਗਾਤਾਰ ਚੱਲ ਸਕਣ, ਔਰ ਹਰ ਜ਼ਿਲ੍ਹੇ ਦੇ ਵਿੱਚ ਇੱਕ ਗਊਸ਼ਾਲਾ ਸਰਕਾਰ ਦੇ ਤੌਰ ਤੇ ਵੀ ਬਣਾਈ ਗਈ। ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਫਲਾਹੀ ਦੇ ਵਿੱਚ ਬਣਾਈ ਗਈ ਆ, ਜਿੱਥੇ ਇਸ ਵੇਲੇ 500-700 ਤੋਂ ਵੀ ਜ਼ਿਆਦਾ ਹੈ। ਤੇ ਉਹ ਤੋਂ ਵੀ ਓਵਰ ਐਂਡ ਅਬਵ ਆਪਾਂ ਕਾਰਪੋਰੇਸ਼ਨ ਦੇ ਵਿੱਚ ਪਿਛਲੇ ਮੇਅਰ ਸਾਹਿਬ ਸ਼ਿਵਸੂਦ ਨੇ ਔਰ ਅਸੀਂ ਇੱਕ ਪਲਾਨ ਬਣਾ ਕੇ ਇੱਥੇ ਸ਼ਹਿਰ ਦੇ ਵਿੱਚ ਵੀ ਇੱਕ ਗਊਸ਼ਾਲਾ ਦਾ ਨਿਰਮਾਣ ਕੀਤਾ ਸੀਗਾ। ਤੇ ਪਰ ਬੜਾ ਦੁੱਖ ਹੈ ਕਿ ਉਹਨਾਂ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਉੱਥੇ ਵੀ ਰਾਜਨੀਤੀ ਚੱਲਣੀ ਸ਼ੁਰੂ ਹੋਈ ਔਰ ਮੌਜੂਦਾ ਸੱਤਾਧਾਰੀਆਂ ਨੇ ਉੱਥੇ ਆਪਣੇ ਬੰਦਿਆਂ ਨੂੰ ਮੋਹਰੀ ਕਰਕੇ ਤੇ ਇੱਕ ਆਪਣਾ ਜਿਹਦਾ ਨੇਮ ਫੇਮ ਕੱਟਣਾ ਹੁੰਦਾ, ਪਰ ਉਹ 'ਚ ਜੋ ਧਾਂਦਲੀਆਂ ਜੋ ਉਹ ਚੀਜ਼ਾਂ ਹੋਈਆਂ ਉਹ ਤੁਸੀਂ ਇੱਕ ਵਾਰੀ ਉਹਨੂੰ ਫਰੋਲਣ ਲੱਗੋ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਸ ਹੱਦ ਤੱਕ ਇਹ ਲੋਕ ਚਲੇ ਜਾਂਦੇ ਆ ਕਿ ਕਿੱਦਾਂ ਕਬਜ਼ੇ ਕਰਨੇ ਆ। ਜੇ ਗਊਸ਼ਾਲਾ ਸਰਕਾਰ ਨੇ ਬਣਾਈਆਂ ਹੈਗੀਆਂ, ਗਊਸ਼ਾਲਾ ਮਤੇ ਵੀ ਕਬਜ਼ੇ ਹੋ ਰਹੇ। ਪਰ ਅੱਜ ਵੀ ਸਵੈਮ ਸੇਵੀ ਸੰਸਥਾਵਾਂ ਉਹ ਜਿਹੜੇ ਸਾਂਢ ਆ, ਬੈਲ ਆ, ਗਊਆਂ ਆ, ਉਹਨਾਂ ਨੂੰ ਫੜਦੇ ਆ। ਸਰਕਾਰ ਵੱਲੋਂ ਕੋਲ ਇੰਨਾ ਪੈਸਾ ਸੈਸ ਦਾ ਆ ਚੁੱਕਾ ਆ, ਹੁਣ ਤਾਂ ਸਰਕਾਰ ਹੀ ਆ ਕਾਰਪੋਰੇਸ਼ਨ ਕੋਲ, ਉਹਦੀ ਸਹੀ ਯੂਟੀਲਾਈਜੇਸ਼ਨ ਨਹੀਂ ਹੋ ਰਹੀ, ਉਹ 'ਚ ਵੀ ਧਾਂਦਲੀਆਂ ਹੋ ਰਹੀਆਂ। ਤੇ ਇਹਦਾ ਤਾਂ ਇੱਕ ਸਪੈਸ਼ਲ ਆਡਿਟ ਕੈਗ ਤੋਂ ਹੋਣਾ ਚਾਹੀਦਾ ਮੈਂ ਸਮਝਦਾ, ਤਾਂ ਕਿ ਪਤਾ ਲੱਗੇ ਕੌਣ ਕੌਣ ਇਹਦੇ 'ਚ ਦੋਸ਼ੀ ਆ ਕਿ ਔਰ ਗਊਸ਼ਾਲਾ ਦਾ ਕਿਉਂ ਪ੍ਰੋਪਰ ਲਾਭ ਕਿਉਂ ਨਹੀਂ ਉਠਾਇਆ ਜਾਂਦਾ ਹੈਗਾ। ਸੋ ਸਾਹਿਬ, ਮੇਰਾ ਅਗਲਾ ਸਵਾਲ, ਪਾਰਦਰਸ਼ਤਾ ਨੂੰ ਹੋਰ ਅੱਗੇ ਵਧਾਉਂਦਿਆਂ ਕਿਆ ਅਸੀਂ ਹਰ ਸਾਲ ਕਾਰਪੋਰੇਸ਼ਨ ਦੀ ਵਰਕਿੰਗ ਦੇ ਉੱਤੇ ਸ਼ਵੇਤ ਪੱਤਰ ਲੈ ਕੇ ਆਈਏ? ਨਹੀਂ, ਹਰ ਕੇਸ 'ਚ ਸ਼ਵੇਤ ਪੱਤਰ ਦੀ ਲੋੜ ਨਹੀਂ ਹੁੰਦੀ ਹੈ। ਤਾਂ ਐਵੇਂ ਲੋਕਾਂ ਦਾ ਮੂੰਹ ਪੂੰਝਣੇ ਵਾਲੀ ਸ਼ਵੇਤ ਪੱਤਰ ਦੀ ਗੱਲ ਹੁੰਦੀ ਆ। ਕੌਨਸ਼ੀਅਸ ਦੇ ਨਾਲ ਚੱਲਣਾ ਚਾਹੀਦਾ, ਆਪਣੇ ਜ਼ਮੀਰ ਦੇ ਨਾਲ ਚੱਲਣਾ ਚਾਹੀਦਾ। ਸ਼ਵੇਤ ਪੱਤਰਾਂ ਨਾਲ ਤਾਂ ਗੱਲ ਨੂੰ ਰਫਾ ਦਫਾ ਕਰਨ ਵਾਲਾ ਮਾਮਲਾ ਹੁੰਦਾ ਹੈਗਾ। ਸੋ ਮੈਂ ਸ਼ਵੇਤ ਛੂਤ ਪੱਤਰਾਂ ਦੇ ਹੱਕ 'ਚ ਨਹੀਂ। ਆਪਣਾ ਜ਼ਮੀਰ ਜਿਹੜਾ ਹੈਗਾ, ਜਿਹੜਾ ਪਬਲਿਕ ਲਾਈਫ 'ਚ ਆ, ਉਹਨੂੰ ਆਪਣੀ ਕੌਨਸ਼ੀਅਸ ਆਪਣਾ ਜ਼ਮੀਰ ਉਹ ਦੇਖਣਾ ਚਾਹੀਦਾ, ਅੰਦਰ ਝਾਤਣਾ ਚਾਹੀਦਾ ਕਿ ਮੈਂ ਜੇ ਪਬਲਿਕ ਨੇ ਮੈਨੂੰ ਚੁਣ ਕੇ ਭੇਜਿਆ, ਮੈਂ ਵਾਕਈ ਪਬਲਿਕ ਵਾਸਤੇ ਆ ਜਾਂ ਮੈਂ ਆਪਣੇ ਨਿੱਜੀ ਫਾਇਦਿਆਂ ਵਾਸਤੇ ਆ। ਸੂ ਸਾਹਿਬ, ਮੇਰਾ ਅਗਲਾ ਸਵਾਲ, ਰਿਟਾਇਰਡ ਅਧਿਕਾਰੀ, ਪ੍ਰੋਫੈਸਰ, ਜੱਜਸ ਜਿਹੜੇ ਸ਼ਹਿਰ 'ਚੋਂ ਸੇਵਾ ਮੁਕਤ ਹੋ ਚੁੱਕੇ ਨੇ, ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣ ਸ਼ਹਿਰ ਨੂੰ ਹੋਰ ਅੱਛਾ ਬਣਾਉਣ ਦੇ ਲਈ। ਹਾਂ, ਐਸੀ ਐਡਵਾਈਜ਼ਰੀ ਕਾਉਂਸਲਸ ਬਣ ਸਕਦੀਆਂ ਹੈਗੀਆਂ। ਹੁਣ ਦੇਖੋ, ਜਿਹੜੇ ਬੰਦੇ ਐਕਸਪੀਰੀਅੰਸਡ ਹੁੰਦੇ ਉਹਨਾਂ ਦੀ ਰਾਏ ਹੁੰਦੀ ਆ, ਪਰ ਕਈ ਵਾਰੀ ਫਾਈਨੈਂਸ਼ੀਅਲ ਕੰਸਟ੍ਰੇਨਸ ਵੀ ਹੁੰਦੀਆਂ। ਉਹਨਾਂ ਦੀ ਰਾਏ ਤਾਂ ਵਧੀਆ ਹੁੰਦੀ ਆ, ਪਰ ਉੱਤੇ ਖਰਚਾ ਹੁੰਦਾ ਉਸ ਪ੍ਰੋਜੈਕਟ 'ਤੇ, ਉਹ ਫੰਡਸ ਨਹੀਂ ਅਵੇਲੇਬਲ ਹੁੰਦੇ, ਇੱਦਾਂ ਹੁੰਦਾ। ਪਰ ਫਿਰ ਵੀ ਉਹਨਾਂ ਦੀ ਰਾਏ ਲੈ ਲੈਣ, ਟੈਕਨੀਕਲ ਕਮੇਟੀਜ਼ ਬਣ ਜਾਣ, ਜਿਹੜੇ ਇੰਜੀਨੀਅਰ ਆ ਜਾਂ ਕੋਈ ਹੋਰ ਆਰਕੀਟੈਕਟ ਆ, ਉਹਨਾਂ ਦੀ ਟੈਕਨੀਕਲ ਕਮੇਟੀ। ਜਿਵੇਂ ਹੁਣ ਸਾਰਾ ਪੈਸਾ ਬਰਬਾਦ ਹੋ ਰਿਹਾ, ਜੇ ਇਹੀ ਇੱਕ ਕੋਈ ਕੌਂਸਲ ਬਣੀ ਹੁੰਦੀ, ਕਮੇਟੀ ਬਣੀ ਹੁੰਦੀ ਟੈਕਨੀਕਲ ਪਰਸਨਸ ਦੀ, ਇੰਜੀਨੀਅਰਸ ਦੀ, ਆਰਕੀਟੈਕਟਸ ਦੀ ਵਗੈਰਾ ਦੀ, ਜਾਂ ਉਹ ਟੈਕਨੀਕਲ ਬੰਦਿਆਂ ਦੀ, ਉਹ ਦੱਸ ਦਿੰਦੇ ਵੀ ਆਹ ਤੁਸੀਂ ਪੈਸਾ ਸੁੱਟਦੇ ਪਏ ਆ, ਠੀਕ ਹੈ ਨਾ, ਉਹ ਫੋਰਵਾਰਨ ਕਰ ਦਿੰਦੇ। ਪੈਸਾ ਵੋਟਾਂ ਲੈਣ ਲਈ ਬਰਬਾਦ ਨਾ ਹੁੰਦਾ। ਇਹ ਜਿਹੜਾ ਪੈਸਾ ਵੋਟਾਂ ਲੈਣ ਵਾਸਤੇ ਬਰਬਾਦ ਹੋ ਰਿਹਾ ਨਾ, ਇਹ ਬੜਾ ਦੁਰਭਾਗਿਆ ਹੈਗਾ। ਇਹ ਪਬਲਿਕ ਫੰਡ ਦੀ ਵੇਸਟੇਜ ਆ। ਇਹ ਪਬਲਿਕ ਫੰਡ ਜਿਹੜਾ ਹੁੰਦਾ ਨਾ, ਇਹ ਜਿਹਨੂੰ ਕਹਿੰਦੇ ਆ, ਇਹ ਪੁੰਨ ਪਾਪ ਦਾ ਇੱਕ ਰੂਪ ਹੁੰਦਾ ਹੈਗਾ, ਠੀਕ ਹੈ ਨਾ। ਮੰਦਰ 'ਚ ਚੜਾਇਆ ਪੈਸਾ ਜਾਂ ਟੈਕਸ ਦਾ ਪੈਸਾ, ਮੈਂ ਉਹਦੇ 'ਚ ਫਰਕ ਨਹੀਂ ਸਮਝਦਾ। ਜੇ ਤੁਸੀਂ ਮੰਦਰ ਦਾ ਪੈਸਾ, ਗੁਰਦੁਆਰੇ ਦਾ ਪੈਸਾ ਚੋਰੀ ਕਰਦੇ ਹੋ, ਉਹਨਾਂ ਨਾਲੋਂ ਜ਼ਿਆਦਾ ਪਾਪ
ਪਬਲਿਕ ਫੰਡ ਦਾ ਦੁਰਉਪਯੋਗ ਆ। ਸੂਸਾ ਮੇਰਾ ਅਗਲਾ ਸਵਾਲ 50 ਕਾਉਂਸਲਰਸ ਦੇ ਵਿੱਚ क्या कोई स्पोर्ट्स कोटे तो काउंसलर लैके आए जान ताकि स्पोर्ट्समैन दियां सर्विसेज लईयां जान, नशे नूं रोकिया जाए, क्योंकि स्पोर्ट्समैन डेडिकेटेड लाइफ जींदे रूटीन च वो डेडिकेटेड लाइफ जींदे ने। खुला मैदान आ जी, स्पोर्ट्समैन भी आन वो भी वेलकम आ, एक्स सर्विसमैन आन, फौजी उन्होंने भी बड़ी डिसिप्लिन लाइफ जी आ वो भी आन वो भी वेलकम आ। समाज के ਵੱਖ-ਵੱਖ ਜਿਹੜੇ फील्ड आ वाक्स आ उन्होंने तो बंदे आन, बहुत खुशी की गल आ। वैसे खुला मैदान आ, पोलीटिकल पार्टियां नूं टिकट देने वेले थोड़ा इन्हां चीज़ों का ध्यान रखना चाहिए। सरकार नूं इन्हां बारे कानून बनाने की कोई लोड़ नहीं। सूसा मेरे दो अहम सवाल, शहर दे विच कचरे दा ढेर लगी जांदा है, पॉपुलेशन वध रही है, ड्रेनेज वाटर वेस्ट वाटर वधी जांदा है, जब तक असी कचरे नूं रीसाइकल नहीं करांगे कोई सोल्यूशन नहीं है। क्या तुहाडा कॉरपोरेशन आने वाले टाइम च कोई इदा दा प्रोजेक्ट लैके आएगी स्पैसिफिकली टारगेटेड? देखो दो चीज़ां हैगियां, पहले तो प्राइमरी क्लीनिंग ते सैकेंडरी डंपिंग, उसदे बाद रीसाइकलिंग की गल शुरू होंदी आ। प्राइमरी क्लीनिंग लई भी ठेके ते कुछ कंपनियां नूं बुलाया गया, वो वाइबल नहीं रही, उन्होंने छड्डता, म्यूनिसिपलिटी कॉरपोरेशन अज आप कर रही है। दूसरा जिहड़ा रीसाइकलिंग आ वो दैट्स ए बिग प्रोजैक्ट, वो एक कॉरपोरेशन एक कमेटी नाल चल ही नहीं सकता, ਉਹਦੇ ਲਈ बहुत वड्डी क्वांटिटी जिहड़ी आ वो चाहिदी आ। उत्थे अपने लांबड़े पिंड दे विच एक प्रोजैक्ट बनाया सीगा रीसाइकलिंग दा, जिथे बिजली जां मनयोर वो बनना सीगा, वो भी राजनीति की भेंट चढ़ गया। उत्थे दे MLA ने कहा मैं लगन नहीं देना, हुण कर की सकदा कोई। इस करके सानू सारिआं नूं सदबुद्धि नाल सोचना चाहिए। ये कचरा देखो तुहाडे घर दे बाहर पिया जां पिपलां वाले पिया जां उत्थे लांबड़े पिया, ये रीसाइकलिंग होएगा तां ही जिहड़ा इहदा साफ सफाई तभी वधेगी, साफ सफाई होएगी। हाँ, इस करके इहदे बारे एक जिन्हों कहते ठंडे दिमाग नाल सब नूं सोचना चाहिए कि इदां दे प्रोजैक्ट नूं रोकिया ना जाए। सू साहब जनरली काउंसलर्स ये कह के पल्ला झाड़ लेंदे ने कि कॉरपोरेशन को फंड नहीं है। असी समाज दे विच ये गल्लां रूटीन च सुनते हैं, की सलाह देना चाहोगे इहो जिहे काउंसलर्स नूं? बी स्मार्ट। देखो जिन्नी देर बीजेपी की सरकार रही है पंजाब दे विच किसी काउंसलर ने क्या नहीं फंडां दी घाट आ, सफिशेंट फंड सरकार तो भी आए आ। अपनी कौंसल की इनकम भी जिहड़ी आ तुसीं रिकॉर्ड देखो, मेरी गल ते ना यकीन करो, किन्ने फंड स्टेट तो आए आ, किन्ने फंड इन्होंने अर्न किए आ और किन्ने फंड डिवेलपमेंट ते खर्च किए आ। यू गो टू म्यूनिसिपल काउंसल एंड फाइंड आउट वेरीफाई अबाउट द रिकॉर्ड्स, थानू आप ही पता लगू। तो आ पिछला पीरियड जिहड़ा गया हैगा स्पैशली आई एम टाकिंग अबाउट 1 ईयर पीरियड, जो कौंसल का पीरियड खत्म हो गया, ਉਹਦਾ 5 ईयर पीरियड खत्म हो गया और हुण तक ये एक ब्लैक ईरा, एक काला युग जिहड़ा हुशियारपुर की डिवेलपमेंट के मत्थे ते लगा हैगा और जिन्हों हुण फटाफट पैसा पूसा सिट के धोने की कोशिश की जा रही है, तुलना नहीं है। सूसा मेरा अगला सवाल, असी ट्रैफिक देख रहे हैं शहर च दिनों दिन वाधा जा रहा है। मैं पर्सनली नोटिस किया है एज एन इंडिविजुअल कि जिथे बिजली के पोल लगे ने 1 इंच भी सड़क अगे तो पिछे नहीं हुंदी। क्या पार्टी अगर तुहाडी आके कॉरपोरेशन च अपना मेयर बनाती है, इहदे उत्ते कुछ विचार किया जाएगा? लोगों दीयां जिहड़ियां भी समस्यावां, चाहे तुसीं आ खंभे वाली दसी आ चाहे कोई होर आ, साडी पार्टी प्रायोरिटी ते करेगी और असी इस करके इहनूं दम नाल कह सकते हैं, छाती ते हत्थ रख के कह सकते हैं, क्योंकि असी करके दिखाया हैगा। ते बाकी जे कोई होर कहेगा ना उन्होंने अपना जिहड़ा बैक रिकॉर्ड दिखाना पेगा। असी इस शहर नूं नगर निगम भी बनाया, असी इत्थे दीयां सड़कां भी वधिया बनाईयां, इत्थे 100% वाटर सप्लाई सीवरेज भी लाया, इत्थे LED दा भी जिहड़ा नवां सिस्टम आ वो शुरू कीता हैगा। ते चाहीदा कि लोकां नूं बिजली पानी ते सड़क, ये 3 चीज़ां ये अम्यूनिटीज़ लोकल गवर्नमेंट दीयां हुंदियां, ये बीजेपी की कौंसल ने कॉरपोरेशन ने और बीजेपी की सरकार ने हुशियारपुर दे विच प्रोवाइड कराइयां, पूरे पंजाब च प्रोवाइड कराइयां। इस करके असी अश्योर भी कराने असी अपने पुराने जो कीते हैगे आ उन्होंने एक
ਪ੍ਰੂਫ ਬਣਾ ਕੇ ਉਹਨੂੰ ਇੱਕ ਪ੍ਰੈਸੀਡੈਂਟ ਬਣਾ ਕੇ ਲੋਕਾਂ ਦੇ ਅੱਗੇ ਰੱਖਾਂਗੇ, ਲੋਕੀ ਸਾਡੀ ਗੱਲ ਸੁਣਨਗੇ। ਡਿਜੀਟਲਾਈਜੇਸ਼ਨ ਨੂੰ ਅੱਗੇ ਵਧਾਉਂਦਿਆਂ ਕਿਆ ਸੂਦ ਸਾਹਿਬ ਵਾਰਡ ਦੀ ਮੈਪਿੰਗ ਕੀਤੀ ਜਾਵੇ ਔਰ ਵਾਰਡ ਦੇ ਹਰ ਨਿਵਾਸੀ ਦੇ ਮੋਬਾਈਲ ਦੇ ਉੱਤੇ ਉਹਦਾ ਮੈਪ ਹੋਵੇ, ਉਹਨੂੰ ਪਤਾ ਲੱਗੇ ਕਿ ਕੀ ਕੰਮ ਹੋਣ ਵਾਲੇ ਨੇ ਔਰ ਕੀ ਹੋ ਰਹੇ ਨੇ। ਦੇਖੋ ਆਪਣੀ ਕਾਰਪੋਰੇਸ਼ਨ ਵੇਲੇ ਬੀਜੇਪੀ ਦੀ ਵੇਲੇ ਕਾਫੀ ਹੱਦ ਤੱਕ ਡਿਜੀਟਲਾਈਜੇਸ਼ਨ ਹੋਈ ਆ, ਕਾਫੀ ਹੱਦ ਤੱਕ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੋਬਾਈਲ ਤੱਕ ਹਰ ਇੱਕ ਦੀ ਜੇਬ 'ਚ ਆ ਜਾਏ, I fully agree with you. Every citizen has a right to know about the city, its development, its status. ਤੇ ਜੇ ਸਾਡੀ ਕੌਂਸਲ ਆਂਦੀ ਆ we will proceed further for it. ਸੂ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਅਗਰ ਉਹਨਾਂ ਦੀ ਕਾਰਪੋਰੇਸ਼ਨ 'ਚ ਮੈਜੋਰਟੀ ਆਂਦੀ ਹੈ ਤੇ ਇਹੋ ਜਿਹੇ ਪ੍ਰੋਜੈਕਟਸ ਨੂੰ ਪ੍ਰਾਇਓਰਟੀ ਤੇ ਅੱਗੇ ਲੈ ਕੇ ਜਾਣਗੇ। ਸੂ ਸਾਹਿਬ ਡਿਜੀਟਲਾਈਜੇਸ਼ਨ ਵਧ ਰਹੀ ਹੈ, ਉਮੀਦਾਂ ਸਾਡੀਆਂ ਬਹੁਤ ਵਧ ਰਹੀਆਂ, ਜਵਾਨ ਸਾਡੇ ਕੋਲ ਕੈਂਡੀਡੇਟਸ ਨੇ। ਕਿਆ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਉਮਰ ਦਾ ਵੀ ਰੱਖੋਗੇ ਪੈਰਾਮੀਟਰ ਤਾਂ ਕਿ ਜਿਹੜੇ ਯੰਗ ਲੋਕ ਨੇ, ਯੰਗ ਬੱਚੇ ਨੇ ਅੱਗੇ ਆਉਣ ਔਰ ਐਕਟਿਵਲੀ ਪੋਲਿਟਿਕਸ 'ਚ ਆਪਣਾ ਹਿੱਸਾ ਦੇਣ? ਜਿਹੜਾ ਤੁਸੀਂ ਸਵਾਲ ਕੀਤਾ, ਸਾਡੀ ਪਾਰਟੀ ਨੇ ਪਹਿਲਾਂ ਹੀ ਕੰਸੀਡਰ ਕਰਕੇ ਪਾਰਲੀਮੈਂਟ 'ਚ ਔਰ ਵਿਧਾਨ ਸਭਾ 'ਚ ਫਾਰਮੂਲਾ ਲਗਾਤਾ ਕਿ 75 ਸਾਲ ਤੋਂ ਉੱਪਰ ਨਾ ਪਾਰਲੀਮੈਂਟ ਲੜਾਣੀ ਨਾ ਅਸੈਂਬਲੀ ਲੜਾਣੀ। ਪਰ ਜੋਸ਼ ਤੇ ਹੋਸ਼ ਦੋਨਾਂ ਦੀ ਲੋੜ ਹੁੰਦੀ ਹੈਗੀ ਆ। ਨਵੇਂ ਬੰਦਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਤੇ ਓਲਡ ਬੁੱਡ ਜਿਹੜੀ ਹੈਗੀ ਆ ਉਹਨਾਂ ਨੂੰ ਆਪਣੇ ਆਪ ਵੀ ਸਰੈਂਡਰ ਕਰਨਾ ਚਾਹੀਦਾ, ਅੱਗੇ ਬੱਚਿਆਂ ਨੂੰ ਆਸ਼ੀਰਵਾਦ ਦੇਣਾ ਚਾਹੀਦਾ। ਇਹ ਮੇਰੀ ਪਰਸਨਲ ਰਾਏ ਹੈਗੀ ਆ। ਤੇ ਪਰ ਬਹੁਤ ਜਗ੍ਹਾ ਦੇਖੋ ਵਿਨੇਬਿਲਟੀ ਜਿਹੜੀ ਆ ਉਹ ਵੀ ਇੱਕ ਫੈਕਟਰ ਹੈਗਾ, ਉਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਇਗਨੋਰ ਨਹੀਂ ਕਰ ਸਕਦੀ। ਸੋ ਇੱਥੇ ਕੋਈ ਹਾਰਡ ਐਂਡ ਫਾਸਟ ਲਾਈਨ ਡਰਾ ਕਰਨੇ ਦੀ ਜ਼ਰੂਰਤ ਨਹੀਂ ਆ। ਪੋਲੀਟੀਕਲ ਪਾਰਟੀਆਂ ਨੂੰ ਆਪਣੇ ਆਪ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਔਰ ਯੰਗ ਜਨਰੇਸ਼ਨ ਨੂੰ ਵੱਧ ਤੋਂ ਵੱਧ ਮੌਕਾ ਦੇਣਾ ਚਾਹੀਦਾ। ਸੂ ਸਾਹਿਬ ਬਹੁਤ ਵੈਟਰਨ ਲੀਡਰ ਨੇ, ਬਹੁਤ ਅੱਛੇ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ। ਸੂ ਸਾਹਿਬ ਮੇਰਾ ਇੱਕ ਸਵਾਲ ਇਹ ਹੈ ਕਿ ਜਰਨਲੀ ਤੁਸੀਂ ਜਿਹੜੇ ਆਉਣ ਵਾਲੇ ਕੌਂਸਲ ਕਾਰਪੋਰੇਟਰਸ ਨੇ ਉਹਨਾਂ ਨੂੰ ਇੱਕ ਮੈਸੇਜ ਦਿਓ ਕਿ ਉਹ ਆਪਣੇ ਪੋਲੀਟੀਕਲ ਭਵਿੱਖ ਦੇ ਬਾਰੇ ਜ਼ਿਆਦਾ ਚਿੰਤਿਤ ਨਾ ਹੋਣ, ਕਿਉਂਕਿ ਪੋਲੀਟੀਕਲ ਭਵਿੱਖ ਦਾ ਰਸਤਾ ਸੇਵਾ ਤੋਂ ਹੀ ਨਿਕਲਦਾ ਹੈ। ਇੱਕ ਮੈਸੇਜ ਦਿਓ ਹਰ ਪਾਰਟੀ ਦੇ ਆਉਣ ਵਾਲੇ ਕੌਂਸਲਰ ਨੂੰ। ਦੇਖੋ ਮੇਰਾ ਮੰਨਣਾ ਹੈ, ਸਾਡੀ ਪਾਰਟੀ ਦਾ ਹੀ ਮੰਨਣਾ ਹੈ ਕਿ ਰਾਜਨੀਤੀ ਇਫੈਕਟਿਵਲੀ ਲੋਕ ਸੇਵਾ ਦਾ ਇੱਕ ਸਾਧਨ ਹੈ। ਲੋਕ ਸੇਵਾ ਉੱਦਾਂ ਵੀ ਕਰ ਸਕਦੇ ਹਾਂ, ਪਰ ਲੋਕ ਸੇਵਾ ਨੂੰ ਹੋਰ ਇਫੈਕਟਿਵਲੀ ਕਰਨੇ ਲਈ ਰਾਜਨੀਤੀ ਇੱਕ ਬੜਾ ਵਧੀਆ ਪਲੇਟਫਾਰਮ ਹੈ, ਇੱਕ ਮਾਧਿਅਮ ਹੈ। ਅਸੀਂ ਤਾਂ ਇਹ ਸੋਚਣਾ ਚੱਲਦੇ ਹਾਂ। ਤਾਂ ਬਾਕੀ ਵੀ ਸਾਰੇ ਮੈਂ ਉਹਨਾਂ ਸੱਜਣਾਂ ਨੂੰ, ਕਿਉਂਕਿ ਚੁਣਾਵ ਨੇੜੇ ਆ, ਬਹੁਤ ਸਾਰੇ ਲੋਕ ਐਂਬੀਸ਼ੀਅਸ ਆ, ਟਿਕਟ ਮਿਲ ਜਾਏ, ਹਾਂਜੀ ਉਹ ਸਿਰਫ ਟਿਕਟ ਦੇ ਪਿੱਛੇ ਹੀ ਆ, ਪਾਰਟੀਆਂ ਜੁਆਇਨ ਕਰਦੇ ਆ, ਛੱਡਦੇ ਆ, ਕੱਲ੍ਹ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਦੇ ਰਿਐਕਸ਼ਨ ਆਣੇ ਆ। ਰਾਜਨੀਤੀ ਦੇ ਵਿੱਚ ਇਕੱਲੀ ਟਿਕਟ ਕੁਛ ਨਹੀਂ ਤੇ ਰਾਜਨੀਤੀ ਦੇ ਵਿੱਚ ਇਕੱਲਾ ਅਹੁਦਾ ਕੁਛ ਨਹੀਂ। ਸਮਾਂ ਆਉਂਦਾ, ਤੁਹਾਡੇ ਆਪਣੇ ਵੀ ਸਟਾਰਸ ਹੈਗੇ ਆ, ਤੁਹਾਡੀ ਮਿਹਨਤ, ਤੁਹਾਡੀ ਐਫਰਟਸ, ਤੁਹਾਡੀ ਕਮਿਟਮੈਂਟ ਟੂ ਸੁਸਾਇਟੀ, ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ। ਕਈ ਵਾਰੀ ਟਿਕਟ ਲੈ ਕੇ ਵੀ ਬੰਦਾ ਹਾਰ ਜਾਂਦਾ, ਜਿੱਤਿਆ ਬੰਦਾ ਵੀ ਜਿਹੜਾ ਉਹ ਉਹਨਾਂ ਨਾਲੋਂ ਇਫੈਕਟਿਵ ਜਿਹੜਾ ਕੋਈ ਕਿਸੇ ਪਾਰਟੀ ਦੇ ਅਹੁਦੇ 'ਤੇ ਬੈਠਾ ਬੰਦਾ ਹੋ ਸਕਦਾ। ਸੋ ਟਿਕਟ ਲੈਣਾ ਔਰ ਜਿੱਤਣਾ ਇਹ ਛੋਟੀਆਂ ਚੀਜ਼ਾਂ। ਸਮਾਜ ਸੇਵਾ ਲਈ ਕਿਸੇ ਪਾਰਟੀ ਨੂੰ ਜੁਆਇਨ ਕਰਨਾ, ਸਮਾਜ ਸੇਵਾ ਲਈ ਪੋਲੀਟਿਕਸ ਦੇ ਫੀਲਡ 'ਚ ਆਉਣਾ, ਇਹ ਜ਼ਿਆਦਾ ਇੰਪੋਰਟੈਂਟ ਆ। ਮੈਂ ਸਾਰਿਆਂ ਅੱਗੇ ਬੇਨਤੀ ਕਰੂੰਗਾ ਜਿਹੜੇ ਵੀ ਐਸਪੀਰੈਂਟਸ ਹੈਗੇ ਆ ਕਿ ਤੁਸੀਂ ਰਾਜਨੀਤੀ ਨੂੰ ਕੋਈ ਟਿਕਟ ਨਾਲ ਨਾ ਜੋੜੋ, ਕੋਈ ਪਾਰਟੀ ਨਾਲ ਨਾ ਜੋੜੋ, ਕੋਈ ਮਿਊਨਿਸਪਲ ਕੌਂਸਲ ਦੇ ਉਹਦੇ ਪਦ ਨਾਲ ਨਾ ਜੋੜੋ। ਜਿਹੜੀ ਰਾਜਨੀਤੀ ਜਿਹੜੀ ਹੈਗੀ ਆ ਸਮਾਜ ਸੇਵਾ, ਉਹ ਰਾਜਨੀਤੀ ਦੇ ਵਿੱਚ ਤੁਸੀਂ ਜਾ ਕੇ ਹੋਰ ਇਫੈਕਟਿਵ ਕਰ ਸਕਦੇ ਹੋ, ਕਿਉਂਕਿ ਤੁਹਾਡੇ ਸਿੱਧੇ ਲਿੰਕ ਸਰਕਾਰਾਂ ਨਾਲ, ਕੌਂਸਲਰ ਦੇ ਜਿਹੜੇ ਮੇਅਰ ਆ, MC ਆ, ਉਹਨਾਂ ਨਾਲ ਬਣ ਜਾਂਦੇ ਆ ਤੇ ਉਹ ਲੋਕ ਵੀ ਜਿਹੜਾ ਅੱਛਾ ਕਾਰਿਆਕਰਤਾ ਉਹਦੀ ਗੱਲ ਸੁਣਦੇ ਆ। ਸੂ ਸਾਹਿਬ ਨੇ ਬਹੁਤ ਵਧੀਆ ਦੱਸਿਆ ਕਿ ਰਾਜਨੀਤੀ ਮਾਨਵ ਸੇਵਾ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਹੈ। ਟਿਕਟ ਨਹੀਂ ਮਿਲਦਾ ਤੇ ਇਹ ਨਾ ਸੋਚੋ ਕਿ ਪਾਰਟੀ ਸਾਡੇ ਵਿਰੁੱਧ ਹੈ ਜਾਂ ਪਾਰਟੀ ਵਿਰੁੱਧ ਕੰਮ ਕਰਾਂਗੇ। ਰਾਜਨੀਤੀ ਤੋਂ ਮਾਨਵਤਾ ਦੀ ਸੇਵਾ ਕੀਤੀ ਜਾ ਸਕਦੀ ਹੈ। ਸੂ ਸਾਹਿਬ ਇੱਕ ਮੈਸੇਜ ਉਹਨਾਂ ਹੀਰੋਜ਼ ਲਈ, ਡੈਮੋਕ੍ਰੇਸੀ ਦੇ ਵਿੱਚ ਰੀਅਲ ਹੀਰੋ ਸਾਡਾ ਵੋਟਰ ਹੈ। ਵਨ ਮੈਸੇਜ ਫॉर द ਰੀਅਲ ਹੀਰੋਜ਼, ਹਾਊ ਦੇ ਸ਼ੁਡ ਵੋਟ ਔਨ ਦ ਇਲੈਕਸ਼ਨ ਡੇ। ਦੇਖੋ ਕਾਫੀ ਮੈਚਿਓਰ ਸਾਡੀ ਡੈਮੋਕ੍ਰੇਸੀ ਹੋ ਚੁੱਕੀ, ਕਾਫੀ ਮੈਚਿਓਰ, ਬਟ ਸਟਿਲ ਡਿਸਗਾਈਜ਼ ਕਰਨੇ ਵਾਲੇ ਜਿਹੜੇ ਹੈਗੇ ਉਹ ਵੀ ਕਲਾਕਾਰ ਹੁੰਦੇ ਹੈਗੇ। ਮੈਨੂੰ ਪਤਾ ਹੁੰਦਾ ਕਿ ਠੱਗ ਲੋਕ ਆ,
ਉਹ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਠੱਗ ਕੇ ਲੈ ਜਾਣਗੇ। ਪੈਸੇ ਕੋਈ ਦੁੱਗਣੇ ਕਰਦਾ, ਕੋਈ ਸੋਨਾ ਦੁੱਗਣਾ ਕਰਦਾ। ਤੋ ਜਿਵੇਂ ਆ ਸਰਕਾਰ ਪੰਜਾਬ 'ਚ ਬਣੀ ਆ ਕਾਂਗਰਸ ਦੀ, ਲੋਕਾਂ ਨੂੰ ਬੜਾ ਡਿਸਗਾਈਜ਼ ਕੀਤਾ। ਲੋਕ ਯਕੀਨ ਮੰਨ ਲੈਂਦੇ ਆ ਵੀ ਐਡੇ ਸੀਨੀਅਰ ਲੋਕ ਐਡੇ ਜਿਹੜੇ ਰਹੇ ਆ। ਤੋ ਲੋਕਾਂ ਨੂੰ ਹੋਰ ਅਵੇਅਰ ਹੋਣ ਦੀ ਲੋੜ ਆ। ਲੋਕਾਂ ਨੂੰ ਪਿਛਲਾ ਇਤਿਹਾਸ ਵੀ ਦੇਖਣੇ ਦੀ ਲੋੜ ਆ ਭਈ ਕਿਹੜੀਆਂ ਸਰਕਾਰਾਂ 'ਚ ਕਰਪਸ਼ਨ ਕਿੱਡੀ ਰਹੀ, ਕਿਹੜੀਆਂ ਸਰਕਾਰਾਂ 'ਚ ਦੇਸ਼ ਹਿੱਤ ਦੇ ਕਿੰਨੇ ਫੈਸਲੇ ਹੋਏ, ਕਿਹੜੀਆਂ ਸਰਕਾਰਾਂ 'ਚ ਏਕਤਾ, ਅਖੰਡਤਾ ਤੇ ਭਾਈਚਾਰੇ ਦੇ ਕਿੰਨੇ ਫੈਸਲੇ ਹੋਏ। ਇਹ ਚੀਜ਼ਾਂ ਜਿਹੜੀਆਂ ਪੈਰਾਮੀਟਰਸ ਹੈਗੀਆਂ, ਜਿਹੜੀਆਂ ਆਪਾਂ ਛੋਟੇ ਮਤਲਬ ਲਾਰਜਰ ਇੰਟਰਸਟ ਸਮਾਲ ਇੰਟਰਸਟ ਕਰਕੇ ਅਸੀਂ ਸੈਕਰੀਫਾਈਸ ਕਰ ਦਿੰਦੇ ਹੈਗੇ ਆ। ਇਹ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ, ਯੂ ਆਰ ਦਾ ਰੀਅਲ ਹੀਰੋ ਆਫ ਡੈਮੋਕ੍ਰੇਸੀ, ਬਟ ਯੂ ਸ਼ੁੱਡ ਐਕਟ ਐਜ਼ ਪਰ ਦਾ ਡੈਮੋਕ੍ਰੈਟਿਕ ਜੋ ਨੋਰਮਸ ਹੈਗੇ ਆ। ਤੁਸੀਂ ਪੈਸੇ ਦੇ ਲਾਲਚ 'ਚ ਨਾ ਆਓ, ਤੁਸੀਂ ਜਾਤ ਪਾਤ ਦੇ ਲਾਲਚ ਨਾ ਆਓ, ਤੁਸੀਂ ਨਿੱਜੀ ਰਿਲੇਸ਼ਨਾਂ ਦੇ ਲਾਲਚ ਨਾ ਆਓ। ਇਫ ਯੂ ਵੋਟ ਔਨ ਮੈਰਿਟ ਦੈਨ ਇਹ ਦੇਸ਼ ਦੀ ਜਿਹੜੀ ਕਿਸਮਤ ਬਦਲ ਸਕਦੀ ਆ, ਦੇਸ਼ ਦੀ ਸ਼ਕਲ ਬਦਲ ਸਕਦੀ ਆ। ਸੋ ਇਹ ਜ਼ਿੰਮੇਵਾਰੀ ਤੁਹਾਡੇ 'ਤੇ ਆ। ਅਤੇ ਬਾਕੀ ਜਿਹਨੂੰ ਤੁਸੀਂ ਚੁਣੋਗੇ, ਇਫ ਜਿਸ ਆਸ ਨਾਲ ਤੁਸੀਂ ਚੁਣਿਆ ਅਤੇ ਉਹ ਨਹੀਂ ਪੂਰੀ ਕਰਦਾ, ਅਤੇ ਉਹ ਜ਼ਿੰਮੇਵਾਰੀ ਉਹਦੇ 'ਤੇ ਹੈਗੀ। This is the message of Shri Tikshan Sood ji, very experienced and veteran leader, that people should not come under any influence. People should vote on the basis of the merits. अगर एक बार लोग मेरिट के आधार पर वोट देंगे तो ये देश दिन दूर नहीं सोने की चिड़िया दोबारा बन सकता है। सो साहब, मैं KBC ਦੇ ਪ੍ਰੋਗਰਾਮ ਤੇ ਔਰ KBC ਦੀ ਟੀਮ ਵੱਲੋਂ आई एम रियली थैंकफुल टू यू। ਸਾਡੇ ਵਿੱਚ ਨੇ ਬਹੁਤ ਧੰਨਵਾਦੀ ਹਾਂ ਜੀ। ਤੁਸੀਂ ਬਹੁਤ ਹੀ ਅੱਛੇ ਪ੍ਰਸ਼ਨ ਪੁੱਛ ਕੇ ਤੇ ਪਬਲਿਕ ਤੱਕ ਇਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਮੈਂ ਸਮਝਦਾ ਕਿ ਇਟ ਵਿਲ ਗੋ ਏ ਲੌਂਗ ਵੇ ਟੂ ਹੈਲਪ ਦਾ strengthening of democratic system and especially at the grassroots level, ਜਿਹੜਾ ਕਿ ਹੁਣ ਚੁਣਾਵ ਕਾਰਪੋਰੇਸ਼ਨ ਦਾ ਹੋਣ ਲੱਗਾ। ਇੱਥੇ ਹੀ ਨੀਂਹ ਪੈਂਦੀ ਹੈਗੀ ਆ ਸਾਰੀ ਡੈਮੋਕ੍ਰੇਸੀ ਦੀ। ਇੱਥੇ ਸਭ ਕੁਝ ਠੀਕ ਹੋ ਜਾਵੇ ਤਾਂ ਉੱਪਰਲਾ ਸਭ ਕੁਝ ਠੀਕ ਹੋ ਜਾਂਦਾ। So sir, many thanks for expressing your views that this election is a foundation for a true democracy. I am once again thankful to Shri Tikshan Sood ji for his valuable contribution to the voters, to us and to the people in large. ਮੈਂ ਫਾਸਟ ਵੇ ਦਾ ਔਰ ਖਾਸ ਤੌਰ ਤੇ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦੀ ਹਾਂ। ਤੁਸੀਂ ਇੰਨੀ ਤਿਆਰੀ ਨਾਲ ਵਧੀਆ ਕੁਐਸਚਨ ਪੁੱਛੇ ਆ ਔਰ ਫਾਸਟ ਵੇ ਦੇ ਰਾਹੀਂ ਪਬਲਿਕ ਜਾਣਗੇ ਤੇ ਮੈਂ ਆਪਣੀ ਜੋ ਬੁੱਧੀ ਆ ਆਪਣੀ ਉਹਦੇ ਮੁਤਾਬਕ ਰਾਏ ਦਿੱਤੀ ਹੈ। ਮੈਂ ਇਹੀ ਬੇਨਤੀ ਕਰਾਂਗਾ ਆਪਣੇ ਵਿਊਅਰਸ ਅੱਗੇ, ਜਿਹੜੀਆਂ ਚੀਜ਼ਾਂ ਚੰਗੀਆਂ ਲੱਗੇ ਉਹ ਅਡਾਪਟ ਕਰ ਲੈਣਾ, ਜਿਹੜੀਆਂ ਚੀਜ਼ਾਂ ਚੰਗੀਆਂ ਨਾ ਲੱਗਣ ਤੁਸੀਂ ਮੇਰੇ ਧਿਆਨ 'ਚ ਲਿਆ ਦੇਣਾ। Thank you, Su Saab.